सो गुड आफ्टरनून एवरीबॉडी। आज मैं एक नवा टॉपिक लेके आया। द टॉपिक है मॉड्यूल्स इन पाइथन। ਅਸੀਂ ਫੰਕਸ਼ਨਸ ਕਰ ਲਏ। ਫੰਕਸ਼ਨ ਦੀ ਡੈਫੀਨੇਸ਼ਨ ਚਾਹੀਏ ਹੈ। ਫੰਕਸ਼ਨ is a part of program or a program itself that has got a finite output। और अगर मैं मॉड्यूल्स की गल करा ना, मॉड्यूल इज आल्सो ए काइंड ऑफ फंक्शन। मॉड्यूल इज आल्सो ए काइंड ऑफ फंक्शन। मॉड्यूल ਦੀ ਇੱਕ ਆਪਣੀ finite output है, लेकिन थोड़ा फंक्शन तो डिफरेंट है। किस कंटेक्स्ट ਦੇ ਵਿੱਚ ਮੋਡਿਊਲ ਡਿਫਰੈਂਟ ਹੈ ਉਹ ਮੈਂ ਆਪਣੇ ਇਸ ਪਾਰਟਿਕੂਲਰ ਲੈਕਚਰ ਦੇ ਵਿੱਚ ਤੁਹਾਨੂੰ ਐਕਸਪਲੇਨ ਕਰਾਂਗਾ। ਅਗਰ ਕਾਫੀ ਪ੍ਰੋਗਰਾਮਿੰਗ ਲੈਂਗੁਏजेस ਦੀ ਗੱਲ ਕਰੀਏ ਨਾ, ਬੜੀ ਲੈਂਗੁਏजेस ਦੇ ਵਿੱਚ ਅਸੀਂ ਮੋਡਿਊਲ ਔਰ ਫੰਕਸ਼ਨਸ ਨੂੰ ਲਗਭਗ ਸਾਈਨੋਨਿਮਸ ਮੀਨ ਸੇਮ ਵਰਡਸ ਹੀ ਮੰਨਦੇ, ਲੇਕਿਨ ਪਾਈਥਨ ਦੇ ਵਿੱਚ ਵੀ ਕਾਫੀ ਹੱਦ ਤੱਕ ਮੋਡਿਊਲ ਐਂਡ ਫੰਕਸ਼ਨ ਆਪਸ ਦੇ ਵਿੱਚ ਰਿਲੇਟਡ ਹੈ, लेकिन स्टिल मॉड्यूल थोड़ा फंक्शन तो डिफरेंट है। अगर मैं मॉड्यूल ਨੂੰ ਕਹਾਂ, मॉड्यूल इज ए कंप्लीट प्रोग्राम इन इटसेल्फ, एक कंप्लीट प्रोग्राम बनता है, दैट वुड बी द पार्ट ऑफ द मेन प्रोग्राम। एंड अदर पॉइंट ਜਿਹੜਾ मॉड्यूल ਦੇ ਕੰਟੈਕਸਟ ਅਸੀਂ ਗੱਲ ਕਰਦੇ ਹਾਂ, that मॉड्यूल ਨੂੰ ਜਿੱਦਾਂ ਫੰਕਸ਼ਨ ਨੂੰ ਕਾਲ ਕਰ ਸਕਦੇ ਹਾਂ, ਉਸ ਵੇ ਨਾਲ मॉड्यूल ਨੂੰ ਕਾਲ ਕਰ ਸਕਦੇ ਹਾਂ। और कॉल करने ਲਈ ਜਿਹੜੀ ਸਟੇਟਮੈਂਟ ਯੂਜ਼ ਹੁੰਦੀ ਹੈ, that is your import statement। ਇਸ ਨੂੰ ਮੈਂ ਕੰਪੇਅਰ ਕਰਾਂਗਾ ਤੁਹਾਡੇ C ਔਰ C++ ਦੇ ਵਿੱਚ ਤੁਸੀਂ ਹੈਡਰ ਫਾਈਲ ਯੂਜ਼ ਕਰਦੇ ਸੀ stereo.h। stereo.h ਦਾ ਮਤਲਬ ਸੀ ਸਟੈਂਡਰਡ, std ਸਟੈਂਡਰਡ, I for input, O for output। stereo.h ਫਾਈਲ ਤੋਂ ਵਿੱਚ C ਦੇ ਵਿੱਚ ਉਸ ਦੀ ਫਾਈਲ ਤੋਂ ਬਿਨਾ ਤੁਹਾਡਾ C ਦਾ ਪ੍ਰੋਗਰਾਮ ਰਨ ਨਹੀਂ ਹੁੰਦਾ। ਸਿਮਿਲਰਲੀ ਅਗਰ ਮੈਂ C++ ਦੀ ਗੱਲ ਕਰਾਂ ਤਾਂ ਉਹਦੇ ਵਿੱਚ iostream.h, iostream.h ਫਾइल तो बिना C++ का प्रोग्राम रन नहीं होता। I for input, O for output, stream। iostream का मतलब होता है इट्स अ कॉम्बिनेशन ऑफ iStream plus OStream, इनपुट स्ट्रीम एज वेल एज आउटपुट स्ट्रीम। मैं C++ की गल कर C ਦੇ ਵਿੱਚ ਤੁਸੀਂ ਪ੍ਰੋਗਰਾਮਿੰਗ ਕੀਤੀ ਹੈ, ਉਹਦੇ 'ਚ ਇੱਕ ਬੇਸਿਕ ਫਾਈਲ ਹੁੰਦੀ ਹੈ stereo.h। ਅਸੀਂ ਸਭ ਤੋਂ ਪਹਿਲਾਂ ਉੱਪਰ ਲਿਖਦੇ ਹਾਂ #include stereo.h। अगर ਅਸੀਂ ਉਹ stereo.h ਫਾਈਲ ਨੂੰ ਨਾ ਲਿਖੀਏ ਤਾਂ ਤੁਹਾਡਾ ਪ੍ਰੋਗਰਾਮ C ਦਾ ਰਨ ਹੀ ਨਹੀਂ ਹੁੰਦਾ। ਉਹੀ ਚੀਜ਼ ਲਿਖ ਕੇ ਤੁਹਾਨੂੰ ਦਿਖਾ ਰਹੇ ਹਾਂ। C ਦੀ ਫਸਟ ਫਾਈਲ ਅਸੀਂ ਇਹੀ ਲਿਖਦੇ ਹਾਂ stdio stdio.h। इस फाइल का मतलब है std का मतलब है स्टैंडर्ड, I का मतलब इनपुट, O का मतलब है आउटपुट। मतलब ਇਹ ਫਾਈਲ ਤੁਹਾਡੇ ਇਨਪੁਟ ਆਊਟਪੁੱਟ ਫੰਕਸ਼ਨਸ ਨੂੰ ਪਰਫਾਰਮ ਕਰਵਾਏਗੀ। ਇਹ ਤੁਹਾਡੀ ਇਨਬਿਲਟ ਫਾਈਲ ਹੈ। और .h ਦਾ ਮਤਲਬ ਹੈ ਇਟ ਇਜ਼ ਐਨ ਹੈਡਰ ਫਾਈਲ। ਇਸ ਪੂਰੀ ਫਾਈਲ ਦਾ ਮਤਲਬ ਹੁੰਦਾ ਹੈ ਅਸੀਂ ਸਟੈਂਡਰਡ ਇਨਪੁਟ ਆਊਟਪੁੱਟ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਲੈ ਕੇ ਆ ਰਹੇ ਹਾਂ। कोई भी प्रोग्राम जिस इनपुट और आउटपुट नहीं है ना, वो प्रोग्राम रन ही नहीं हो सकता। अगर कोई भी प्रोग्राम लइए ना जिस इनपुट आउटपुट नहीं है, वो प्रोग्राम रन ही नहीं हो सकता। दैट इज वाई stereo.h फाइल C is mandatory। ਤੁਸੀਂ ਜਾਵਾ ਦੀ ਪ੍ਰੋਗਰਾਮਿੰਗ ਕੀਤੀ ਹੋਣੀ, ਜਾਵਾ ਦੀ ਪ੍ਰੋਗਰਾਮਿੰਗ ਦੇ ਵਿੱਚ ਤੁਹਾਨੂੰ ਕਾਫੀ ਫਾਈਲਸ ਨੂੰ ਇੰਪੋਰਟ ਕਰਨਾ। ਸਿਮਿਲਰਲੀ ਪਾਈਥਨ ਦੇ ਵਿੱਚ ਕੋਈ ਹੈਡਰ ਫਾਈਲ ਯੂਜ਼ ਨਹੀਂ ਹੁੰਦੀ, लेकिन अगर पाइथन ਦੇ ਵਿੱਚ ਅਸੀਂ डिफरेंट काइंड ऑफ फंक्शंस ਨੂੰ इनबिल्ट फंक्शंस ਨੂੰ कॉल करना, then ਸਾਨੂੰ इंपोर्ट स्टेटमेंट यूज करनी ਪੈਂਦੀ ਹੈ। और ਜਦੋਂ ਤੱਕ ਅਸੀਂ ਮੋਡਿਊਲਸ ਦੀ ਗੱਲ ਕਰ ਰਹੇ ਹਾਂ, ਮੋਡਿਊਲ ਦੇ ਕੰਟੈਕਸਟ ਦੇ ਵਿੱਚ ਸਾਨੂੰ ਕੁਝ ਸਿਸਟਮ ਫਾਈਲਸ ਇੰਪੋਰਟ ਕਰਨੀਆਂ ਪੈਂਦੀਆਂ। ਉਹ SYS ਦੇ ਨਾਲ ਹੁੰਦੀਆਂ। ਅਗਰ ਤੁਸੀਂ ਕੋਈ ਵੀ ਮੈਥਮੈਟਿਕਲ ਫੰਕਸ਼ਨ ਇੰਪੋर्ट करना चाहते हो तो मैथ ਦੇ ਨਾਲ ਹੁੰਦਾ है। और अगर किसी को टाइम तो रिलेटेड फंक्शंस इंपोर्ट करना चाहते हो तो उसके लिए टाइम मॉड्यूल रिक्वायर्ड है। टाइम मॉड्यूल, मैथ मॉड्यूल, सिस्टम। मैं हम पैरेलल C ਦੇ ਵਿੱਚ ਤੁਹਾਡੇ ਨੂੰ ਲੈ ਕੇ ਚੱਲਣਾ ਹੈ। C ਦੇ ਵਿੱਚ ਅਗਰ ਤੁਸੀਂ ਕੋਈ ਸਪੋਜ਼ ਕੁਆਡ੍ਰੈਟਿਕ ਇਕੁਏਸ਼ਨ ਦਾ ਪ੍ਰੋਗਰਾਮ ਪ੍ਰੋਸੈਸ ਕਰ ਰਹੇ ਹੋ, ਅਗਰ ਉਹ ਚ SQ ਆਰਟਿਸਕਿਊਰ ਫੰਕਸ਼ਨ ਯੂਜ਼ ਕਰਦੇ ਹੋ
ਤਾਂ ਤੁਹਾਨੂੰ include math.h ਕਰਨਾ ਪੈਂਦਾ ਹੈ, ਤਾਂ ਹੀ ਤੁਹਾਡਾ ਉਹ ਮੈਥਮੈਟੀਕਲ ਫੰਕਸ਼ਨ ਤੁਸੀਂ ਉਸਨੂੰ ਪ੍ਰੋਸੈਸ ਕਰ ਸਕਦੇ। ਪਾਈਥਨ ਦੇ ਵਿੱਚ ਅਗਰ ਤੁਸੀਂ ਕੋਈ ਵੀ ਰੈਡੀਮੇਡ ਇਨਬਿਲਟ ਮੈਥਮੈਟੀਕਲ ਫੰਕਸ਼ਨ ਨੂੰ ਰਨ ਕਰਨਾ ਚਾਹੁੰਦੇ ਹੋ, ਕੋਈ ਵੀ ਮੈਥਮੈਟੀਕਲ ਫੰਕਸ਼ਨ ਨੂੰ ਯੂਜ਼ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਉਸ ਦੇ ਕੰਟੈਕਸਟ ਦੇ ਵਿੱਚ ਉਹ ਪਾਰਟਿਕੂਲਰ ਮੋਡਿਊਲ ਮੈਥ ਮੋਡਿਊਲ ਤੁਹਾਨੂੰ ਇੰਪੋਰਟ ਕਰਨਾ ਪੈਂਦਾ, ਜਿਹੜਾ ਕਿ ਇੱਕ ਇਨਬਿਲਟ ਮੋਡਿਊਲ ਹੈ। ਕੋਈ ਵੀ ਅਗਰ ਸਿਸਟਮ ਦਾ ਫੰਕਸ਼ਨ ਪਰਫਾਰਮ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸਿਸਟਮ ਮੋਡਿਊਲ ਨੂੰ ਤੁਹਾਨੂੰ ਇੰਪੋਰਟ ਕਰਨਾ ਪਏਗਾ। ਕੋਈ ਵੀ ਟਾਈਮ ਤੋਂ ਰਿਲੇਟਡ ਫੰਕਸ਼ਨ ਅਗਰ ਤੁਸੀਂ ਮੋਡਿਊਲ ਨੂੰ ਪ੍ਰੋਸੈਸ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਟਾਈਮ ਮੋਡਿਊਲ ਨੂੰ ਇੰਪੋਰਟ ਕਰਨਾ ਪਏਗਾ। ਨਾउ ਬਿਫੋਰ ਸਟਾਰਟਿੰਗ ਆਲ ਦਿਸ ਥਿੰਗ, ਮੈਂ ਸਾਰੀਆਂ ਚੀਜ਼ਾਂ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਮੋਡਿਊਲ ਦੀ ਡੈਫੀਨੇਸ਼ਨ, ਮੋਡਿਊਲ ਹੈ ਕੀ? ਮੋਡਿਊਲਸ ਇਨਬਿਲਟ ਵੀ ਹੁੰਦੇ ਆ ਪਾਈਥਨ ਦੇ ਵਿੱਚ, ਮੋਡਿਊਲਸ ਤੁਸੀਂ ਵੀ ਕ੍ਰੀਏਟ ਕਰ ਸਕਦੇ ਹੋ, ਜਿਸ ਵੇ ਨਾ ਫੰਕਸ਼ਨਸ ਇਨਬਿਲਟ ਵੀ ਹੈ, ਫੰਕਸ਼ਨਸ ਤੁਸੀਂ ਵੀ ਕ੍ਰੀਏਟ ਕਰ ਸਕਦੇ ਹੋ। ਔਨ ਦਾ ਸੇਮ ਪੈਟਰਨ ਮੋਡਿਊਲਸ ਰੈਡੀਮੇਡ ਵੀ ਹੈ, ਔਰ ਮੋਡਿਊਲਸ ਤੁਸੀਂ ਖੁਦ ਵੀ ਕ੍ਰੀਏਟ ਕਰ ਸਕਦੇ ਹੋ। ਮੋਡਿਊਲ ਹੈ ਕੀ? Module allows you to logically organize your Python code. Python code ਨੂੰ ਇੱਕ particular order ਚ organize ਕਰਨ ਲਈ ਅਸੀਂ module use ਕਰਦੇ ਹਾਂ। Grouping related code into a module makes it easy to understand and use. Yes, module ਵੀ ਇੱਕ Python ਦਾ object ਹੈ, ਇੱਕ file ਹੈ। It can define, ਇਹ ਸਭ ਤੋਂ important point ਹੈ, module can define functions, classes and variables. Module 'ਚ ਅਸੀਂ function ਵੀ define ਕਰ ਸਕਦੇ ਹਾਂ, ਅਸੀਂ classes ਵੀ define ਕਰ ਸਕਦੇ ਹਾਂ, ਅਸੀਂ variable ਵੀ define ਕਰ ਸਕਦੇ ਹਾਂ, ਔਰ module can include a runnable code. Module ਦੇ ਵਿੱਚ run ਕੀਤਾ ਹੋਇਆ code ਵੀ ਆ ਸਕਦਾ ਹੈ। This is the important point regarding module. First is module is a file consisting of Python code. Module can define functions, classes ਨੂੰ ਵੀ define ਕਰਦਾ ਔਰ variables ਵੀ define ਕਰਦਾ। ਪਰ ਇਹਦੇ ਵਿੱਚ ਰਨੇਬਲ ਕੋਡ, ਜਿਹੜਾ ਕੋਡ ਰਨ ਹੋ ਰਿਹਾ ਹੋਵੇ, ਰਨ ਕੀਤਾ ਜਾ ਸਕਦਾ ਹੈ, ਉਸ ਕੋਡ ਨੂੰ ਵੀ ਮੋਡਿਊਲ 'ਚ ਅਸੀਂ ਇਨਕਲੂਡ ਕਰ ਸਕਦੇ। ਸੋ ਅਗਰ ਮੈਂ ਇਨ ਸ਼ਾਰਟ ਦੱਸਾਂ ਮੋਡਿਊਲ ਕੀ ਹੈ, ਮੋਡਿਊਲ ਫੰਕਸ਼ਨ ਹੀ ਹੈ, ਬਟ self contained है, it has got a finite output। इधर एक सिंपल या मॉड्यूल बने तो दूसरी ध्यान ना देखो तो फंक्शन ही लग गया। इट्स ओके। define add x comma y return x plus y, define subtract x comma y return x minus y। इस केस ਦੇ ਵਿੱਚ ਸਾਡੇ ਕੋਲ ਦੋ ਆਰਗੂਮੈਂਟਸ ਹੈ, ਫੰਕਸ਼ਨ ਦਾ ਨਾਮ ਐਡ ਹੈ, ਫੰਕਸ਼ਨ ਦਾ ਨਾਮ ਸਬਟ੍ਰੈਕਟ ਹੈ। ਇਹਦੇ ਵਿੱਚ ਦੋ ਆਰਗੂਮੈਂਟਸ ਹੈ x, y, ਇਸ ਕੇਸ ਵਿੱਚ ਦੋ ਆਰਗੂਮੈਂਟਸ ਹੈ x, y। ਇਹ x ਤੇ y ਨੂੰ ਪਲੱਸ ਕਰ ਰਿਹਾ, x ਮਾਈਨਸ y ਕਰ ਰਿਹਾ। ਇਹਨਾਂ ਦੋਨਾਂ ਫੰਕਸ਼ਨਸ ਨੂੰ ਮਿਲਾ ਕੇ ਇੱਕ ਮੋਡਿਊਲ ਬਣਿਆ, ਉਹਦਾ ਨਾਮ ਅਸੀਂ ਕੈਲਸੀ ਰੱਖਤਾ। ਸੋ ਇਟ ਇਜ਼ ਅ ਮੋਡਿਊਲ, collection of functions, collection of classes, collection of variables। मॉड्यूल एक फंक्शन भी हो सकता है, दो भी हो सकते हैं, 10 भी हो सकते हैं, 20 भी हो सकते हैं। एक इंडिपेंडेंट मॉड्यूल होता है जिसकी अपनी एक आउटपुट जनरेट ਹੁੰਦੀ ਹੈ, ਜਿਸ ਤਰ੍ਹਾਂ ਇੱਕ ਮॉड्यूल ਦੀ ਐਗਜ਼ਾਮਪਲ ਦਿੱਤੀ ਹੈ। ਇਸ ਮॉड्यूल ਦੇ ਵਿੱਚ ਦੋ ਫੰਕਸ਼ਨਸ ਹੈ, ਇੱਕ ਐਡ ਫੰਕਸ਼ਨ ਹੈ, ਇੱਕ ਸਬਟ੍ਰੈਕਟ ਫੰਕਸ਼ਨ ਹੈ। ਦੋਨਾਂ 'ਚ ਜਦੋਂ ਵੀ ਕੋਈ ਫੰਕਸ਼ਨ ਕਾਲ ਕਰਾਂਗੇ, ਇਹ ਉਸ ਦੇ ਕੰਟੈਕਸਟ ਦੇ ਵਿੱਚ ਆਉਟਪੁੱਟ ਜਨਰੇਟ ਕਰੇਗਾ। ਔਰ ਇਸ ਮॉड्यूल ਦਾ ਅਸੀਂ ਨਾਮ ਰੱਖਿਆ ਹੈ ਕੈਲਸੀ, calc.py ਦਾ ਮਤਲਬ ਹੁੰਦਾ ਪਾਈਥਨ ਦੇ ਹਰ ਫਾਈਲ ਦੀ ਐਕਸਟੈਂਸ਼ਨ .py। ਹੁਣ ਅਸੀਂ ਮॉड्यूल ਕ੍ਰੀਏਟ ਕਰਤਾ, ਹੁਣ ਇਸ ਮॉड्यूल ਨੂੰ ਅਸੀਂ ਕਾਲ ਕਰ ਸਕਦੇ। ਲੁੱਕ ਐਟ ਦਿਸ, import statement is used for calling a module। We can use any Python source file as a module by executing a import statement। calc.py ਇੱਕ ਤੁਹਾਡਾ ਮॉड्यूल ਬਣ ਗਿਆ। ਮੈਂ ਮੰਨ ਲਓ ਕੋਈ ਹੋਰ ਪ੍ਰੋਗਰਾਮ ਪਾਈਥਨ ਦਾ ਬਣਾ, ਉਸ ਪ੍ਰੋਗਰਾਮ ਦੇ ਵਿੱਚ ਮੈਨੂੰ ਆਪਣਾ ਕੋਈ ਪੁਰਾਣਾ ਬਣਿਆ ਪ੍ਰੋਗਰਾਮ ਉਹਨੂੰ ਮੈਂ ਲੈ ਕੇ ਆਣਾ,
इंस्टेड भी मैं उस प्रोग्राम दोबारा नहीं, पुराने बने प्रोग्राम दोबारा नहीं लिखना चाहता, मैं सिर्फ उसकी आउटपुट को यूज करना। इस पार्ट में ध्यान नोट करना, मान लो कोई भी एक पाइथन प्रोग्राम बनाया है, कोई पाइथन प्रोग्राम बना के बैठे हो। अगर उस प्रोग्राम ਨੂੰ ਕਿਸੇ ਦੂਸਰੇ ਪ੍ਰੋਗਰਾਮ ਦੇ ਵਿੱਚ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਸਾਰੀ ਲਾਈਨਸ ਆਫ ਕੋਡ नहीं लिखना, मैं सिर्फ और सिर्फ उसका नाम करके लिख के उसको इंपोर्ट करना है, मैंने सारी की सारी आउटपुट। और यही एग्जांपल ਤੁਹਾਡੇ ਸਾਹਮਣੇ ਔਨ ਸਕਰੀਨ ਤੇ ਹੈ। ਅਸੀਂ ਇੱਕ ਪ੍ਰੋਗਰਾਮ ਬਣਾਇਆ ਸੀ, ਇੱਕ ਮੋਡਿਊਲ ਬਣਾਇਆ ਸੀ ਕੈਲਸੀ calc.py। ਹੁਣ ਉਸ ਨੂੰ ਮੈਂ ਕੀ ਕਰ ਰਿਹਾ, ਉਸ ਨੂੰ ਮੈਂ ਇੰਪੋਰਟ ਕਰ ਰਿਹਾ ਯੂਜ਼ਿੰਗ ਇੰਪੋਰਟ ਸਟੇਟਮੈਂਟ, इंपोर्टिंग मॉड्यूल calc.py स्टेटमेंट है इंपोर्ट calc। ਇਹਨੇ ਕੈਲਸੀ ਨੂੰ ਇੰਪੋਰਟ ਕਰ ਰਿਹਾ, ਔਰ ਕੈਲਸੀ ਦੇ ਵਿੱਚ ਕੀ ਹੈ, ਮੇਰੇ ਕੋਲ ਇੱਕ ਐਡ ਫੰਕਸ਼ਨ ਹੈ, ਇੱਕ ਮੇਰੇ ਕੋਲ ਸਬਟ੍ਰੈਕਟ ਫੰਕਸ਼ਨ। ਹੁਣ ਮੈਂ ਉਸ ਫੰਕਸ਼ਨ ਨੂੰ ਯੂਜ਼ ਕਰਦਾ ਐਡ 10,2। ਐਡ 10,2 ਕਰਾਂਗਾ ਤਾਂ ਰਿਟਰਨ ਕੀ ਕਰੇਗਾ, 10 + 2 12। ਸੋ ਇਹ 12 ਪ੍ਰਿੰਟ ਆਊਟ ਕਰੇਗਾ। एच में ऐड को भी कॉल कर सकता है, एच में सबट्रैक्ट को भी कॉल कर सकता है। अगर मैं इसे लिखा होता सबट्रैक्ट 10,2 यदि आउटपुट 8 आ जानी सी, बट मैं इस केस ਦੇ ਵਿੱਚ ਐਡ ਫੰਕਸ਼ਨ ਤੁਹਾਡਾ ਕਾਲ ਕੀਤਾ ਮੋਡਿਊਲ ਚੋਂ, ਉਹਨੇ 10 + 2 12 ਦੀ ਆउटपुट देनी। इस प्रोग्राम ਦੇ ਵਿੱਚ ਦੇਖੋ, ਇਸ ਪ੍ਰੋਗਰਾਮ 'ਚ ਮੈਂ ਕੈਲਸੀ ਕੈਲਸ ਮੋਡਿਊਲ ਨੂੰ ਯੂਜ਼ ਕੀਤਾ ਹੈ। ਉਹਦਾ ਮੈਂ ਕੋਡ ਨਹੀਂ ਲਿਖਿਆ, ਕੋਡ ਜਿੱਥੇ ਲਿਖਿਆ ਹੈ ਉੱਥੇ ਹੀ ਲਿਖਿਆ, ਉਹਦਾ ਨਾਮ ਤੇ ਅੱਗੇ ਲਿਖਤਾ ਇੰਪੋਰਟ और ਉਹਦਾ ਫੰਕਸ਼ਨ ਕਾਲ ਕਰਦੇ। ਦਿਸ ਇਜ਼ ਇੰਟਰਆਪਰੇਟੇਬਿਲਿਟੀ, ਜਿਸ ਦੇ ਵਿੱਚ ਪਾਈਥਨ ਦਾ ਇੱਕ ਪ੍ਰੋਗਰਾਮ दूसरे प्रोग्राम ਦੇ ਵਿੱਚ ਕਾਲ ਕੀਤਾ ਜਾ ਰਿਹਾ ਹੈ, और यही किसके थ्रू पॉसिबल है, this is possible with the help of this import। when the interpreter encounters an import statement, चीज नोट करना, पाइथन इज इंटरप्रेटेड लैंग्वेज, पाइथन कंपाइल्ड लैंग्वेज नहीं है, इंटरप्रेटेड लैंग्वेज है। इस चीज को ध्यान अंडरस्टैंड कर लियो, इट्स एन इंटरप्रेटेड। when the interpreter encounters an import statement, it imports the module if the module is present in the search bar। अगर मान लो इंपोर्ट कर रहे हैं, अगर एक मॉड्यूल बनया है तो ही इंपोर्ट करेगा, अगर मॉड्यूल बने ही नहीं है ना तो फिर वो उसको इंपोर्ट नहीं कर सकता। सो दिस इज मॉड्यूल, व्हाट ए मॉड्यूल इज। मॉड्यूल ਦੇ ਵਿੱਚ ਮੈਂ ਕੀ ਗੱਲ ਦੱਸੀ, मॉड्यूल कंटेन्स फंक्शंस, क्लासेस, वेरिएबल्स। और मॉड्यूल ਦੇ ਵਿੱਚ ਇੱਕ फंक्शंस भी हो सकता है, एक फंक्शन भी हो सकता है, मोर देन वन फंक्शन भी, 2 4 5। मॉड्यूल इंडिपेंडेंट होता है, ਅਸੀਂ मॉड्यूल ਨੂੰ ਕ੍ਰੀਏਟ ਕਰ ਸਕਦੇ ਹਾਂ। ਅਸੀਂ ਜਦੋਂ मॉड्यूल ਨੂੰ ਕ੍ਰੀਏਟ ਕਰ ਸਕਦੇ ਹਾਂ, ਕਿਸੇ ਵੀ ਦੂਸਰੇ ਪ੍ਰੋਗਰਾਮ ਦੇ ਵਿੱਚ ਅਸੀਂ ਉਸ मॉड्यूल ਨੂੰ ਕਾਲ ਕਰ ਸਕਦੇ ਹਾਂ, ਅਸੀਂ ਉਸ मॉड्यूल ਦੇ ਫੰਕਸ਼ਨ ਨੂੰ ਯੂਜ਼ ਕਰ ਸਕਦੇ ਹਾਂ। ਜਦੋਂ ਅਸੀਂ मॉड्यूल ਦੇ ਕੰਟੈਕਸਟ ਦੇ ਵਿੱਚ ਗੱਲ ਕਰਦੇ ਨਾ, ਸਾਡੇ ਕੋਲ ਇਹਦੇ ਵਿੱਚ ਇੱਕ dir ਫੰਕਸ਼ਨ ਆਉਂਦਾ ਹੈ। dir ਫੰਕਸ਼ਨ बड़ा इंपॉर्टेंट फंक्शन है, पर अगर मैं ब्रीफ दसा, dir फंक्शन वैसे आम तौर पे dir ਦਾ ਫੰਕਸ਼ਨ ਦਾ ਮਤਲਬ ਹੁੰਦਾ ਡਾਇਰੈਕਟਰੀ, ਪੂਰੇ ਦੇ ਪੂਰੇ ਜਿੰਨੇ ਉਹਦੇ ਵਿੱਚ ਪ੍ਰੋਗਰਾਮਸ ਬਣੇ ਆ, ਆਮ ਤੌਰ ਤੇ ਅगर dir फंक्शन की गल करो तो वो पूरे प्रोग्राम की लिस्ट है। लेकिन इस केस च थोड़ा डिफरेंट है। इस पाइथन दे विच dir is a built-in function that returns a sorted list of strings। This is an important point, that returns a sorted list of strings। strings है, उसी लिस्ट ਨੂੰ सॉर्ट करके भेजता है, containing the names defined by a module। मान लो कोई एक मॉड्यूल है, उन्हें कुछ नेम्स डिफाइन करते हैं, जिन्ने भी नेम्स डिफाइन करने, अगर ਤੁਸੀਂ ਚਾਹੁੰਦੇ ਹੋ ਉਹ ਨੇਮ ਕਿਸੇ ਆਰਡਰ ਦੇ ਵਿੱਚ ਅਸੈਂਡਿੰਗ ਔਰ ਡਿਸੈਂਡਿੰਗ ਆਰਡਰ ਦੇ ਵਿੱਚ ਸੌਰਟ ਹੋ ਕੇ ਤੁਹਾਡੇ ਸਾਹਮਣੇ ਆਣ, then this dir function is used। और उस लिस्ट ਦੇ ਵਿੱਚ ਜ਼ਰੂਰੀ ਨਹੀਂ ਹੈ ਇਕੱਲੇ ਮॉड्यूल ਤੋਂ, उस लिस्ट ਵਿੱਚ मॉड्यूल्स भी हो सकते हैं, वेरिएबल्स भी हो सकते हैं, फंक्शंस भी हो सकते हैं। dir functions organizes them in a particular specified order, sorted, alphabetical order से sort करना है,
है न्यूमेरिक आर्डर ਦੇ ਵਿੱਚ ਸੌਰਟ ਕਰਨਾ ਹੈ ਇੱਕ ਆਰਗੇਨਾਈਜ਼ਡ ਆਰਡਰ ਦੇ ਵਿੱਚ ਅਗਰ ਤੁਸੀਂ ਉਸ ਨੂੰ ਸੌਰਟਿੰਗ ਕਰਨਾ ਚਾਹੁੰਦੇ ਹੋ then this dir function that is used ਜਿੱਦਾਂ ਮੰਨ ਲਓ ਇੱਥੇ ਦੇਖੋ ਇੱਕ ਰੈਂਡਮ ਮੋਡਿਊਲ ਉਹਨੇ ਇੰਪੋਰਟ ਕੀਤਾ dir ਦੇ ਨਾਲ ਉਸ ਮੋਡਿਊਲ ਨੂੰ ਆਰਗੇਨਾਈਜ਼ ਕਰਤਾ ਔਰ ਜਦੋਂ ਇਹਦੀ ਆਉਟਪੁੱਟ ਆਏਗੀ this output will be in some order either it will be in ascending order or it could be in the descending order so ਜਦੋਂ ਅਸੀਂ ਮੋਡਿਊਲਸ ਦੀ ਗੱਲ ਕਰਦੇ ਹਾਂ ਸਾਡੇ ਕੋਲ ਪਾਈਥਨ ਦੇ ਵਿੱਚ ਕਾਫੀ ਇਨਬਿਲਟ ਮੋਡਿਊਲਸ ਅਵੇਲੇਬਲ ਹੈ ਕੁਝ ਮੋਡਿਊਲਸ ਸਿਸਟਮ ਤੋਂ ਰਿਲੇਟਡ ਹੁੰਦੇ ਆ ਕੁਝ ਮੋਡਿਊਲਸ ਟਾਈਮ ਤੋਂ ਰਿਲੇਟਡ ਹੁੰਦੇ ਆ ਔਰ ਉਹਨਾਂ ਮੋਡਿਊਲਸ ਨੂੰ ਅਸੀਂ ਕਿਸ ਵੇ ਨਾਲ ਆਰਗੇਨਾਈਜ਼ ਕਰਨਾ ਕਿਸ ਵੇ ਨਾਲ ਅਸੀਂ ਆਰਗੇਨਾਈਜ਼ ਕਰਨਾ ਹੈ ਉਹ ਮੋਡਿਊਲਸ ਅਸੀਂ ਇਸ ਪਾਰਟਿਕੂਲਰ ਚੈਪਟਰ ਦੇ ਵਿੱਚ ਅਸੀਂ ਚੈੱਕ ਕਰਾਂਗੇ ਫਸਟ ਵਨ ਇਜ਼ ਯੋਰ ਸਿਸਟਮ ਮੋਡਿਊਲ standard module system system module provides system module math module time module ਸਾਡੇ ਕਰਿਕੂਲਮ ਚ ਤਿੰਨ ਮੋਡਿਊਲ ਸਪੈਸੀਫਾਈਡ ਹੈ ਅਸੀਂ ਤਿੰਨੋਂ ਮੋਡਲ ਅਸੀਂ ਮੋਡਿਊਲ ਸਟੱਡੀ ਕਰਾਂਗੇ ਔਰ ਸਿਸਟਮ ਮੋਡਿਊਲ ਕਿਸ ਵੇ ਨਾਲ ਆਰਗੇਨਾਈਜ਼ਡ ਹੈ ਤੁਹਾਡਾ ਮੈਥ ਮੋਡਿਊਲ ਕਿਸ ਵੇ ਨਾਲ ਆਰਗੇਨਾਈਜ਼ਡ ਹੈ ਔਰ ਟਾਈਮ ਮੋਡਿਊਲ ਕਿਸ ਵੇ ਨਾਲ ਆਰਗੇਨਾਈਜ਼ਡ ਹੈ ਔਰ ਹਰ ਮੋਡਿਊਲ ਦੇ ਵਿੱਚ ਅੱਗੇ ਉਹਨਾਂ ਦੇ ਫੰਕਸ਼ਨਸ ਆ ਮੰਨ ਲਓ ਮੈਂ ਇੰਪੋਰਟ ਸਿਸ ਕਰਦਾ इंपोर्ट सिस ਕਰਨ ਦੇ ਨਾਲ ਮੈਂ ਕਿਹੜੇ ਫੰਕਸ਼ਨ ਨੂੰ ਰੈਡੀਮੇਡ ਨੂੰ ਕਾਲ ਕਰ ਸਕਦਾ ਮੈਂ ਹੁਣ ਇਸ ਪਾਰਟਿਕੂਲਰ ਟੌਪਿਕ ਐਕਸਪਲੇਨ ਕਰਾਂਗਾ the sys module provides functions and variables used to manipulate different parts of python runtime environment python ਨੂੰ ਰਨ ਕਰਨ ਦੇ ਲਈ ਜਿੰਨੇ ਡਿਫਰੈਂਟ ਫੰਕਸ਼ਨਸ ਦੀ ਰਿਕੁਆਇਰਮੈਂਟ ਹੁੰਦੀ ਹੈ ਅਗਰ ਤੁਸੀਂ ਉਹਨਾਂ ਫੰਕਸ਼ਨਸ ਨੂੰ ਇੰਪੋਰਟ ਕਰਨਾ ਚਾਹੁੰਦੇ ਹੋ ਉਹ ਡਾਇਰੈਕਟਲੀ ਇੰਪੋਰਟ ਨਹੀਂ ਹੁੰਦੇ ਤਾਂ ਤੁਹਾਨੂੰ ਇੰਪੋਰਟ sys ਨੂੰ ਇੰਪੋਰਟ ਕਰਨਾ ਜਦੋਂ sys ਨੂੰ ਇੰਪੋਰਟ ਕਰੋਗੇ ਅਗਰ sys ਦੇ ਨਾਲ argv ਆਰਗੂਮੈਂਟ ਲਿਖੋਗੇ ਇਹਦੇ ਨਾਲ ਡਿਫਰੈਂਟ ਆਪਸ਼ਨਸ ਹੈ argv is there sys.exit is there sys.maximum size is there sys.path is there sys.finish ਇਹਦੇ ਨਾਲ ਡਿਫਰੈਂਟ ਆਪਸ਼ਨਸ ਹੈ ਫਸਟ ਆਪਸ਼ਨ ਹੈ ਤੁਹਾਡੀ ਆਰਗੂਮੈਂਟ sys.argv returns a list of command line arguments passed to the python script ਕਮਾਂਡ ਲਾਈਨ ਆਰਗੂਮੈਂਟਸ ਕੀ ਹੁੰਦੇ ਆ ਮੈਂ ਇਸ ਚੀਜ਼ ਨੂੰ ਤੁਹਾਡੇ ਸਾਹਮਣੇ ਐਕਸਪਲੇਨ ਥੋੜਾ ਜਿਹਾ ਕਰ ਦਿੰਦਾ ਅਗਰ ਤੁਹਾਡੇ ਸਾਹਮਣੇ ਸਕਰੀਨ ਤੇ ਆ ਰਿਹਾ ਹੈ ਕਮਾਂਡ ਪ੍ਰੌਮਪਟ ਮੈਂ ਤੁਹਾਡਾ ਸ਼ੇਅਰ ਕਰ ਰਿਹਾ ਕਮਾਂਡ ਪ੍ਰੌਮਪਟ ਤੇ ਲੋਕਾਂ ਨੇ ਬਹੁਤ ਘੱਟ ਦੇਖਿਆ ਹੋਣਾ ਕਮਾਂਡ ਪ੍ਰੌਮਪਟ ਇਹ ਜਿਹੜਾ ਤੁਹਾਡੇ ਸਾਹਮਣੇ ਸਕਰੀਨ ਤੇ ਆ ਰਿਹਾ ਅਗਰ ਪਾਈਥਨ ਨੂੰ ਅਸੀਂ ਇੱਥੇ ਕਾਲ ਕਰਾਂਗੇ ਆ ਜੋ ਸਟੇਟਮੈਂਟ ਲਿਖੀ ਹੋਈ ਹੈ ਇਹਨੂੰ ਅਸੀਂ ਕਮਾਂਡ ਲਾਈਨ ਆਰਗੂਮੈਂਟਸ ਕਹਿੰਦੇ ਕਿਉਂਕਿ ਤੁਸੀਂ ਸਾਰੇ ਯੂਜ਼ ਕਰਦੇ ਹੋ ਵਿੰਡੋਜ਼ ਦੇ ਵਿੱਚ ਕਮਾਂਡਸ ਤੁਸੀਂ ਕੁਝ ਨਹੀਂ ਦਿੱਤੀਆਂ ਹੁੰਦੀਆਂ ਕਮਾਂਡਸ ਜਦੋਂ ਨਹੀਂ ਦਿੱਤੀਆਂ ਹੋਈਆਂ ਨਾ ਜੇ ਤੁਸੀਂ ਕਮਾਂਡਸ ਨਹੀਂ ਦਿੱਤੀਆਂ ਹੋਈਆਂ ਇਸ ਕਰਕੇ ਤੁਹਾਨੂੰ ਕਮਾਂਡ ਲਾਈਨ ਆਰਗੂਮੈਂਟਸ ਦਾ ਬਹੁਤ ਅੰਡਰਸਟੈਂਡਿੰਗ ਨਹੀਂ ਕਮਾਂਡ ਲਾਈਨ ਆਰਗੂਮੈਂਟਸ ਲਈ ਤੁਸੀਂ ਸਭ ਤੋਂ ਪਹਿਲਾਂ ਸਕਰੀਨ ਕਮਾਂਡ ਤੇ ਕਲਿੱਕ ਕਰੋਗੇ ਇਹ ਸਾਹਮਣੇ ਬਲੈਕ ਵਿੰਡੋ ਸਾਹਮਣੇ ਤੁਹਾਡੇ ਸਾਹਮਣੇ ਬਣ ਕੇ ਆਏਗੀ ਅਗਰ ਪਾਈਥਨ ਇੱਥੇ ਐਕਸੀਕਿਊਟ ਹੁੰਦੀ ਤਾਂ ਮੈਂ ਪਾਈਥਨ ਐਕਸੀਕਿਊਟ ਕਰਾਂਗਾ ਲੁੱਕ ਐਟ ਦਿਸ ਇਹ ਸਟੇਟਮੈਂਟ ਐਕਸੀਕਿਊਟ ਕਰ ਰਹੇ ਸੋ command line arguments ਜਿਹੜੇ ਅਸੀਂ command prompt ਤੇ ਲੈ ਕੇ ਜਾਂਦੇ ਹਾਂ such arguments are being called as command line arguments तो मैं वापस ਤੁਹਾਨੂੰ ਉੱਤੇ standard model ਤੇ ਲੈ ਕੇ ਜਾ ਰਿਹਾ system.argv returns a list of command line arguments passed to the python script item at index 0 in the list is always the name of the script less are stored in a substitute sys.exit this causes the script to exit back to the either python console or command ਅਸੀਂ ਅਗਰ ਮੰਨ ਲਓ ਕੋਈ ਵੀ ਲੈਟਸ ਸਪੋਜ਼ ਪਾਈਥਨ ਚ ਕੰਮ ਕਰਦੇ ਪਏ ਔਰ ਅਗਰ ਤੁਸੀਂ ਚਾਹੁੰਦੇ ਹੋ ਵਾਪਸ ਕਮਾਂਡ ਪ੍ਰੌਮਪਟ ਤੇ ਵਾਪਸ ਜਾਣਾ ਚਾਹੁੰਦੇ ਹੋ ਨਾ ਤਾਂ sys.exit ਆਪਸ਼ਨ sys.maximize ਫੰਕਸ਼ਨ ਦਾ ਪਰਪਸ ਹੁੰਦਾ ਹੈ ਰਿਟਰਨ ਦਾ ਲਾਰਜੈਸਟ ਇੰਟੀਜਰ ਅਵੇਲੇਬਲ ਕੈਨ ਟੇਕ ਉਹਦਾ ਮਤਲਬ ਹੈ sys.path किस पाथ है पाइथन दे
वेरिएबल्स लोकेटेड है, किस लोकेशन पे वो वेरिएबल्स लोकेटेड है, ਉਹਦੇ ਲਈ ਸਾਨੂੰ sys.path फंक्शन यूज करना पैंदा है। और sys.version किसे यूज करते हैं, to display a string containing the version number of the current Python। ਤੁਸੀਂ 2.8 यूज करें, 2.9 यूज करें, 3 करें, वो ਇਹਦੇ ਲਈ। और अगर मैं सिस्टम की गल करा, SYS की गल करा, सिस्टम का मतलब है all the modules, all the functions that are related to the menu, मतलब you can say functioning of the computer, functioning of the Python, ਉਹਦੇ ਲਈ ਅਸੀਂ sys module ਨੂੰ यूज करते हैं। और अगर पाइथन च मैथमेटिकल फंक्शंस को कॉल करना, लाइक स्क्वायर रूट ਨੂੰ करना है, या कोई साइन कोसाइन किसी फंक्शन कॉल करना है, या लॉगरिथमिक फंक्शन को कॉल करना है, तो ਤੁਹਾਨੂੰ मैथ मॉड्यूल लिखना है। Python math module is defined as the most favored mathematical functions, which include trigonometric functions, logarithmic functions, pi ਤੇ Euler number functions भी अगर ਤੁਸੀਂ यूज करने या कॉल करने हैं तो ਤੁਹਾਨੂੰ मैथमेटिकल मॉड्यूल की जरूरत है। और इस मैथमेटिकल मॉड्यूल के नाल पाइथन ਦੇ ਵਿੱਚ ਕਿਹੜੇ-ਕਿਹੜੇ फंक्शंस अटैच हैं। फर्स्ट इज log, सेकंड इज log 10 ਦਾ मतलब log to the base 10। अगर ਤੁਸੀਂ लॉगरिथम ਦਾ ਟੇਬਲ ਪੜਿਆ ਹੋਵੇ, ਇੱਕ ਦਾ ਬੇਸ ਹੁੰਦਾ ਹੈ e और दूसरे का बेस ਹੁੰਦਾ है 10। और अगर ਤੁਸੀਂ ਕਿਸੇ वैल्यू ਦਾ ਕਿਸੇ वेरिएबल ਦਾ log फाइंड आउट करना है तो math.log फंक्शन यूज होएगा। और अगर log to the base 10 फाइंड आउट करना है तो math.log10 इस जगह ਤੇ ਤੁਹਾਡੇ फंक्शन ਦਾ नाम। और अगर ਤੁਸੀਂ ਕਿਸੇ एक्सपोनेंट वैल्यू x ਦੀ वैल्यू 2 ਤਾਂ math.exponent फंक्शन ਨੂੰ ਅਸੀਂ कॉल करांगे। इसका स्क्वायर क्यूब या x टू दी वैल्यू 10 या कुछ भी फाइंड आउट करना तो एक्सपोनेंट फंक्शन का यूज होगा। उस तो बाद x टू दी पावर y, y टू दी पावर x ਲਈ पावर फंक्शन का यूज होएगा। floor, this method returns the floor value of x, it returns the less than or equal to x। ਜਿਹੜੀ वैल्यू ਤੁਹਾਡੇ ਕੋਲ अवेलेबल है वो या उस तो घट वैल्यू की रिक्वायरमेंट है देन फ्लोर फंक्शन की यूज करांगे। और ਤੁਸੀਂ डायरेक्टली अगर ਇਹਦੇ ਵਿੱਚ ਫੈਕਟੋਰੀਅਲ फाइंड आउट करना है, ਜਿੱਦਾਂ ਅਸੀਂ C या C++ ਦੇ ਵਿੱਚ ਅਸੀਂ ਫੈਕਟੋਰੀਅਲ ਦਾ ਪ੍ਰੋਗਰਾਮ ਬਣਾਉਂਦੇ ਸੀ, प्रोग्राम एच भी बन सकता है, पाइथन से बनता है। लेकिन अगर तुम डायरेक्टली फैक्टोरियल को कॉल करना चाहते हैं तो मैथ्स डॉट फैक्टोरियल फंक्शन में तुम कॉल कर सकते हैं। मैथ्स डॉट मॉडिफिकेशन रिटर्न्स द फ्रैक्शनल एंड इंटीजर पार्ट्स ऑफ। अगर वैल्यू 3.45 है, 3 अलग आएगा, 0.45 अलग। सो टिल नाउ ਅਸੀਂ ਚੈਪਟਰ 'ਚ ਕੀ ਕਰ ਚੁੱਕੇ ਹਾਂ, ਮੋਡਿਊਲ ਕੀ ਹੈ, ਮੋਡਿਊਲਸ ਕਿਉਂ ਯੂਜ਼ ਕੀਤੇ ਜਾਂਦੇ हैं, सिस्टम मॉड्यूल की है, मैथ मॉड्यूल। इस तो बाद साडे सिलेबस एक अगला मॉड्यूल आंदा दैट इज योर टाइम। टाइम मॉड्यूल दा की फंक्शन है और टाइम मॉड्यूल वो फंक्शंस ਨੂੰ कॉल करेगा ਜਿਹੜੇ फंक्शंस टाइम ਦੇ ਨਾਲ ਰਿਲੇਟਡ। Python has defined a module time which allows us to handle various operations regarding time, time ਨੂੰ ਕਨਵਰਟ ਕਰਨਾ, ਉਹਦੇ ਲਈ ਸਾਡਾ टाइम मॉड्यूल यूज ਕੀਤਾ ਜਾਂਦਾ ਹੈ। ਇਹਦੇ ਵਿੱਚ ਇੱਕ epoch ਟਰਮ यूज ਕਰਦੇ ਹਾਂ। The beginning of the time is started varying from 1st January 12 AM 1970 and this very time is known as epoch in Python। है बड़ी इंपॉर्टेंट चीज। इतों स्टार्टिंग टाइम लेना है, स्टार्टिंग टाइम वो लेंदा है 1 जनवरी 12 बजे 1970, 1 जनवरी 1970 and this very time is called as epoch। जिदा मान लो तुसी रेस लगाने हो, 10 स्टूडेंट्स रेस लगा रहे हैं, स्टार्टिंग पॉइंट कितों है, कितों रेस स्टार्ट होएगी, कितों एंड होएगी, टाइम के कंटेक्स्ट भी आएगी है, केड़ा स्टार्टिंग टाइम होएगा, दैट इज बीइंग कॉल्ड एज epoch in। और टाइम तो रिलेटेड कई फंक्शंस है। फर्स्ट इज टाइम डॉट टाइम। टाइम इज ए कोर फंक्शन ऑफ टाइम मॉड्यूल
It measures the number of seconds since the epoch as a floating point भाई किन्ने seconds हो गए ਆ ਉਸ epoch time ਤੋਂ ਲੈ ਕੇ ਹੁਣ ਤੱਕ ਉਸ ਨੂੰ measure ਕਰਨ ਲਈ ਤੁਹਾਡਾ time function clock clock function time और clock 'ਚ ਇਹੀ difference ਹੈ clock function returns the processor clock time likewise ਇਸ time ਤੁਹਾਡੇ 3:30 ਅਗਰ ਹੋ ਗਏ ਆ ਤੁਹਾਡੇ ਪ੍ਰੋਸੈਸਰ ਦੇ ਵਿੱਚ ਇਸ ਟਾਈਮ ਕੀ ਟਾਈਮ ਅਵੇਲੇਬਲ ਹੈ ਉਸ ਦੇ ਲਈ ਟਾਈਮ ਡਾਟ ਕਲੌਕ ਫੰਕਸ਼ਨ ਦੀ ਜ਼ਰੂਰਤ ਹੁੰਦੀ ਹੈ ਔਰ ਇਹ ਸਿਸਟਮ ਦਾ ਕਲੌਕ ਟਾਈਮ ਸਿਸਟਮ ਦਾ ਪ੍ਰੋਸੈਸਰ ਦਾ ਟਾਈਮ ਰਿਟਰਨ then सी टाइम और एक स्लीप स्लीप का मतलब क्या है टाइम डॉट स्लीप का मतलब वैसे स्लीप फंक्शन से कई प्रोग्रामिंग लैंग्वेज यूज करते हैं स्लीप का मतलब होता है उन्ने के टाइमली प्रोसेसर सो जाए मींस इनएक्टिव हो जाए आम तौर पे स्लीप का मतलब है but when it comes to python ਕੀ ਹੈ it halts the execution of the current thread ਤੁਸੀਂ ਅਗਰ ਕੰਪਿਊਟਰ ਆਰਕੀਟੈਕਚਰ ਪੜਿਆ ਆਰਕੀਟੈਕਚਰ ਦੇ ਵਿੱਚ ਪ੍ਰੋਸੈਸਰਸ ਹੁੰਦੇ ਆ ਪ੍ਰੋਸੈਸਰਸ ਦੇ ਆਪਣੇ ਆਪਣੇ ਡਿਫਰੈਂਟ ਥ੍ਰੈਡਸ ਹੁੰਦੇ ਆ ਮਲਟੀਪਲ ਥ੍ਰੈਡਸ ਐਕਸੀਕਿਊਟ ਹੁੰਦੇ ਆ ਸੋ ਇਹ ਜਿਹੜਾ ਸਲੀਪ ਫੰਕਸ਼ਨ ਹੈ ਇਟ ਹਾਲਸ ਦੀ ਐਕਸੀਕਿਊਸ਼ਨ ਆਫ ਦਾ ਕਰੰਟ ਥ੍ਰੈਡ ਫॉर a specified number of seconds ਕਿਸੇ ਪ੍ਰੋਸੈਸ ਨੂੰ ਕੁਝ ਟਾਈਮ ਲਈ ਰੋਕਣ ਲਈ ਅਸੀਂ ਸਲੀਪ ਫੰਕਸ਼ਨ और स्लीप फंक्शन का मतलब है ਇਹਨਾਂ ਨੂੰ ਸਵਾ ਦਿਓ ਉਹਨੂੰ ਰੋਕਤਾ ਉਹ ਸੋ ਗਿਆ ਇਸ ਕਰਕੇ ਇਸ ਫੰਕਸ਼ਨ ਦਾ ਨਾਮ ਸਲੀਪ ਫੰਕਸ਼ਨ एक टाइम ना रिलेटेड वो फंक्शन है दैट इज सी टाइम it takes the time in seconds since the epoch as input जो जितने सेकंड epoch टाइम को लेके उन तक हो गए उसमें एज इनपुट लेगा and translates it in a human readable string value स्ट्रिंग्स ਦੇ ਵਿੱਚ ਅਗਰ ਮੈਂ 1970 ਹੈ ਇਹ ਲਿਖਿਆ 1970 ਉਸ ਨੂੰ ਸਟ੍ਰਿੰਗ ਫਾਰਮ ਦੇ ਵਿੱਚ ਕਨਵਰਟ ਕਰਦਾ ਹੈ ਅਗਰ ਉਹ ਸਾਡੇ ਲਈ ਕੋਈ ਫੰਕਸ਼ਨ ਰਿਕੁਆਇਰਡ ਹੈ ਐਂਡ ਦਿਸ ਸੀ ਟਾਈਮ ਫੰਕਸ਼ਨ ਦੈਟ ਇਜ਼ ਸੋ ਇਹ ਜਿਹੜੇ ਮੈਂ ਹੁਣ ਤੱਕ ਜਿਹੜਾ ਤੁਹਾਡੇ ਸਾਹਮਣੇ ਕੀਤਾ ਹੈ ਦਿਸ ਵਾਸ ਮੋਡਿਊਲਸ ਕੀ ਹੈ dir ਫੰਕਸ਼ਨ ਦਾ ਕੀ ਰੋਲ ਹੈ ਔਰ ਸਾਡੇ ਕੋਲ ਸਟੈਂਡਰਡ ਮੋਡਿਊਲਸ ਹੋਰ ਵੀ ਸਟੈਂਡਰਡ ਮੋਡਿਊਲਸ ਅਵੇਲੇਬਲ ਹੈ ਐਨੀਆਂ ਵੀ ਇਹੀ ਤਿੰਨ ਸਟੈਂਡਰਡ ਮੋਡਿਊਲਸ ਅਵੇਲੇਬਲ ਹੈ ਹੋਰ ਵੀ ਸਾਡੇ ਕੋਲ ਸਟੈਂਡਰਡ ਮੋਡਿਊਲਸ ਅਵੇਲੇਬਲ ਹੈ ਬਟ ਸਾਡੇ ਕੋਲ ਕਰਿਕੂਲਮ ਦੇ ਅਕੋਰਡਿੰਗਲੀ ਫਸਟ ਸਟੈਂਡਰਡ ਮੋਡਿਊਲ ਜਿਹੜਾ ਸਾਡੇ ਕੋਲ ਰਿਕੁਆਇਰਡ ਹੁੰਦਾ ਦੈਟ ਇਜ਼ ਦਿਸ ਸਿਸਟਮ ਸਿਸਟਮ ਮੋਡਿਊਲ ਦਾ ਮਤਲਬ ਉਹੀ ਹੁੰਦਾ ਜਦੋਂ ਉਸ ਸਿਸਟਮ ਮੋਡਿਊਲ ਨੂੰ ਅਸੀਂ ਇੰਪੋਰਟ ਕਰਾਂਗੇ ਕਿਸੇ ਵੀ ਮੋਡਿਊਲ ਨੂੰ ਯੂਜ਼ ਕਰਨ ਲਈ ਸਭ ਤੋਂ ਪਹਿਲਾਂ ਟੌਪ ਤੇ ਇੰਪੋਰਟ ਸਟੇਟਮੈਂਟ ਯੂਜ਼ ਕਰਨੀ ਪੈਣੀ ਇੰਪੋਰਟ ਸਿਸ ਇੰਪੋਰਟ ਟਾਈਮ ਇੰਪੋਰਟ ਮੈਥ ਉਸ ਤੋਂ ਬਾਅਦ ਜਿਹੜਾ ਵੀ ਉਹਦੇ ਨਾਲ ਸਪੈਸੀਫਾਈਡ ਫੰਕਸ਼ਨ ਹੈ ਮੈਥ ਦੇ ਨਾਲ ਲੈਟਸ ਸਪੋਜ਼ ਮੈਥ ਦੇ ਨਾਲ ਕੋਈ ਵੀ ਫੰਕਸ਼ਨ ਸਪੈਸੀਫਾਈਡ ਹੈ ਮੈਥ ਡਾਟ ਦੈਟ ਪਾਰਟਿਕੂਲਰ ਫੰਕਸ਼ਨ time ਦੇ ਨਾਲ time dot that particular function sys ਦੇ ਨਾਲ sys dot that particular function ਅਸੀਂ ਉਸ particular function ਨੂੰ ਇਸ ਵੇ ਦੇ ਨਾਲ ਕਾਲ ਕਰ ਸਕਦੇ ਹਾਂ ਔਰ ਉਸ particular function ਨੂੰ ਇਸ ਵੇ ਨਾਲ ਯੂਜ਼ ਕਰ ਸਕਦੇ ਹਾਂ ਮੋਡਿਊਲਸ ਦੇ ਕੰਟੈਕਸਟ ਵਿੱਚ ਇਹ ਵੀ ਗੱਲ ਦੱਸੀ ਸੀ ਅਸੀਂ ਮੋਡਿਊਲਸ ਕ੍ਰੀਏਟ ਵੀ ਕਰ ਸਕਦੇ ਹਾਂ ਯੂਜ਼ਰ ਡਿਫਾਈਨਡ ਮੋਡਿਊਲਸ ਵੀ ਅਵੇਲੇਬਲ ਹੁੰਦੇ ਆ ਜਿੱਦਾਂ ਕਿ ਯੂਜ਼ਰ ਡਿਫਾਈਨਡ ਫੰਕਸ਼ਨਸ ਅਵੇਲੇਬਲ ਹੁੰਦੇ ਅਸੀਂ ਅਗਰ ਯੂਜ਼ਰ ਨੇ ਕੋਈ ਵੀ ਮੋਡਿਊਲ ਡਿਫਾਈਨ ਕੀਤਾ ਅਸੀਂ ਉਸ ਮੋਡਿਊਲ ਨੂੰ ਵੀ ਕਾਲ ਕਰ ਸਕਦੇ ਹਾਂ using the import statement. Module ਦੇ context ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਸਟੇਟਮੈਂਟ ਹੈ that is this import statement. ਇਸ import statement ਦੇ ਨਾਲ ਅਸੀਂ modules ਨੂੰ ਕਾਲ ਕਰ ਸਕਦੇ ਹਾਂ ਆਪਣੇ created modules ਨੂੰ ਵੀ ਔਰ ਜਿਹੜੇ ਸਾਡੇ ਕੋਲ Python ਦੇ ਵਿੱਚ ready-made modules available ਹੈ ਉਹ ਲੇਕਿਨ ready-made modules ਔਰ ਇਹਨਾਂ ਦੇ ਵਿੱਚ ਇੱਕ difference ਕੀ ਹੈ ready-made modules ਦੇ ਵਿੱਚ ਉਸ module ਦੇ ਨਾਲ डिफाइंड 25-30 फंक्शंस है ਅਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਲੇਕਿਨ ਸਾਡੇ ਆਪਣੇ ਕ੍ਰੀਏਟਡ ਮੋਡਿਊਲ ਦੇ ਵਿੱਚ ਅਸੀਂ ਉਹਨਾਂ ਫੰਕਸ਼ਨਸ ਨੂੰ ਕਾਲ ਕਰ ਸਕਦੇ ਹਾਂ ਜਾਂ ਉਹਨਾਂ ਫੰਕਸ਼ਨਸ ਨੂੰ ਯੂਜ਼ ਕਰ ਸਕਦੇ ਹਾਂ ਜਿਹੜੇ ਅਸੀਂ ਕ੍ਰੀਏਟ ਕੀਤੇ ਜਿਸ ਤਰ੍ਹਾਂ ਤੁਹਾਨੂੰ ਐਗਜ਼ਾਮਪਲਸ ਦਿਖਾਇਆ ਸੀ ਉਸ ਐਗਜ਼ਾਮਪਲਸ ਕੈਲਸੀ ਚ ਅਸੀਂ ਇੱਕ ਐਡ ਇੱਕ ਸਬਟ੍ਰੈਕਟ ਦੋ ਫੰਕਸ਼ਨਸ ਕ੍ਰੀਏਟ ਕੀਤੇ ਅਸੀਂ ਉਹਨਾਂ ਦੋਨਾਂ ਨੂੰ ਹੀ ਕਾਲ ਕਰ ਸਕਦੇ ਹਾਂ ਸਾਰਿਆਂ ਨੂੰ ਹੋਰ ਨੂੰ ਨਹੀਂ ਕਾਲ ਕਰ ਸਕਦੇ ਕਿਉਂਕਿ ਅਸੀਂ ਬਣਾਏ ਹੀ ਦੋ ਹੈ ਜਦਕਿ ਜਿਹੜੇ ਸਿਸਟਮ ਡਿਫਾਈਨਡ ਮੋਡਿਊਲਸ ਹੁੰਦੇ ਆ ਲਾਈਕ ਸਿਸ ਹੋ ਗਿਆ ਮੈਥ ਹੋ ਗਿਆ ਟਾਈਮ ਹੋ ਗਿਆ ਉਹਨਾਂ ਦੇ ਵਿੱਚ ਜਿੰਨੇ ਵੀ ਸਪੈਸੀਫਾਈਡ ਫੰਕਸ਼ਨਸ ਹੈ ਉਹਨਾਂ ਮੋਡਿਊਲ ਦੇ ਵਿੱਚ ਅਸੀਂ ਉਹਨਾਂ ਨੂੰ ਕੋਈ ਪ੍ਰੋਗਰਾਮ ਬਣਾਉਣ ਦੀ ਜ਼ਰੂਰਤ ਨਹੀਂ ਜਿੰਨਾ ਕੇਸਿਸ ਅਸੀਂ ਮੋਡਿਊਲ ਬਣਾਉਂਦੇ ਆ ਤਾਂ ਸਾਨੂੰ ਉਹਦਾ ਕੋਡ ਲਿਖਣਾ ਪੈਂਦਾ ਹੈ ਉਹਦਾ ਪ੍ਰੋਗਰਾਮ ਬਣਾਉਣਾ ਪੈਂਦਾ ਬਟ ਇਹ ਰੈਡੀਮੇਡ ਮੋਡਿਊਲਸ ਹੁੰਦੇ ਆ
ਲੌਗਰਿਥਮਿਕ ਫੰਕਸ਼ਨ ਕਾਲ ਕਰਨਾ math.log ਲਿਖੋ, ਤੁਹਾਨੂੰ ਉਹਦੇ ਨਾਲ ਸੋਰਸ ਕੋਡ ਲਿਖਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਤੁਹਾਡੇ ਰੈਡੀਮੇਡ ਇਨਬਿਲਟ ਮੋਡਿਊਲਸ ਐਂਡ ਫੰਕਸ਼ਨਸ ਹੈ ਔਰ ਇਹਨਾਂ ਨੂੰ ਕਾਲ ਕੀਤਾ ਜਾਂਦਾ। With this, I conclude my today's lecture and modules ਦਾ lecture ਜਿਹੜਾ ਹੈ ਇਹ ਲਗਭਗ ਇੰਨਾ ਕੀ ਹੈ, ਇੰਨਾ ਕੀ ਆਪਣੇ ਸਿਲੇਬਸ ਦੇ ਵਿੱਚ ਸਪੈਸੀਫਾਈਡ ਹੈ।